ਤੁਸੀਂ ਦੇਖ ਰਹੇ ਹੋ ਦੁਆਬਾ ਮੇਲ ਤੇ ਮੈਂ ਤੁਹਾਡੇ ਨਾਲ ਸੁਦੇਸ਼ ਕੁਮਾਰੀ। ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਅੰਦਰ ਧਰਨਾ ਲਗਾ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੇ ਦੇ ਪਿਤਾ ਸੰਦੀਪ ਨੇ ਕਿਹਾ ਕਿ ਮੇਰਾ ਬੱਚਾ 1 ਮਹੀਨੇ ਦਾ ਹੈ। ਜਦੋਂ ਉਹ ਬਿਮਾਰ ਹੋ ਗਿਆ ਤੇ ਮੈਂ ਉਹਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਆਂਦਾ, ਜਿੱਥੇ ਡਾਕਟਰ ਵੱਲੋਂ ਸਾਡੇ ਕੋਲੋਂ ਪੈਸੇ ਠੱਗੇ ਗਏ ਅਤੇ ਸਹੀ ਇਲਾਜ ਨਹੀਂ ਕੀਤਾ ਗਿਆ। ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਡਾਕਟਰ ਨੇ ਸਾਡੇ ਕੋਲੋਂ ਕਰੀਬ 60,000 ਰੁਪਏ ਲੈ ਲਏ ਹਨ ਅਤੇ ਅੱਜ ਸਵੇਰੇ ਅਚਾਨਕ ਹੀ ਬੱਚੇ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਾਏ ਹਨ ਕਿ ਬੱਚੇ ਦਾ ਸਹੀ ਇਲਾਜ ਨਾ ਹੋਣ ਕਰਕੇ ਬੱਚੇ ਦੀ ਮੌਤ ਹੋਈ ਹੈ। ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਕਿ ਇਹੋ ਜਿਹੇ ਹਸਪਤਾਲ ਬੰਦ ਹੋਣੇ ਚਾਹੀਦੇ ਹਨ ਤਾਂ ਜੋ ਇਸ ਤਰ੍ਹਾਂ ਹੋਰ ਕਿਸੇ ਬੱਚੇ ਨਾਲ ਨਾ ਹੋ ਸਕੇ। ਡਾਕਟਰ ਵੱਲੋਂ ਇਹਨਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਸਾਡਾ ਬੱਚਾ ਕੁਝ ਸਮੇਂ ਪਹਿਲਾਂ ਬਿਮਾਰ ਹੋ ਗਿਆ ਸੀ, ਜਿਸ ਤੋਂ ਬਾਅਦ ਅਸੀਂ ਉਸ ਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ। ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਡਾਕਟਰ ਨੇ ਪੈਸੇ ਦੇ ਲਾਲਚ ਵਿੱਚ ਬੱਚੇ ਦਾ ਸਹੀ ਇਲਾਜ ਨਹੀਂ ਕੀਤਾ ਅਤੇ ਕੱਲ੍ਹ ਸਵੇਰੇ ਅਚਾਨਕ ਇਹਨਾਂ ਨੇ ਕਿਹਾ ਕਿ ਤੁਹਾਡੇ ਬੱਚੇ ਦੀ ਹਾਲਤ ਸਹੀ ਨਹੀਂ ਹੈ ਅਤੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਅਸੀਂ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਬੜੀ ਮੁਸ਼ਕਲ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਾਂ। ਉਹਨਾਂ ਨੇ ਕਿਹਾ ਕਿ ਡਾਕਟਰ ਵੱਲੋਂ ਸਾਡੇ ਕੋਲੋਂ ਕਰੀਬ 60,000 ਰੁਪਇਆ ਲੈ ਲਿਆ ਗਿਆ, ਪਰ ਫਿਰ ਵੀ ਸਾਡੇ ਬੱਚੇ ਦਾ ਇਲਾਜ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ। ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਸਾਰੇ ਹਸਪਤਾਲ ਬੰਦ ਹੋਣੇ ਚਾਹੀਦੇ ਹਨ ਤਾਂ ਜੋ ਹੋਰ ਕਿਸੇ ਵੀ ਗਰੀਬ ਨਾਲ ਲੁੱਟ ਨਾ ਹੋ ਸਕੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਨੇ ਕਿਹਾ ਕਿ ਸਾਡੇ ਹਸਪਤਾਲ ਵਿੱਚ ਗੁਰਦਾਸਪੁਰ ਦੇ ਪ੍ਰੇਮ ਨਗਰ ਮੁਹੱਲਾ ਵਿੱਚ ਰਹਿਣ ਵਾਲੇ ਸੰਦੀਪ ਵੱਲੋਂ ਆਪਣੇ ਬੱਚੇ ਨੂੰ ਬਿਮਾਰ ਹੋਣ ਦੇ ਦਾਖਲ ਕਰਵਾਇਆ ਗਿਆ। ਡਾਕਟਰ ਨੇ ਕਿਹਾ ਕਿ ਬੱਚਾ ਬਿਮਾਰ ਹੋਣ ਦੇ ਕਾਰਨ ਉਸ ਨੂੰ ICU ਵਿੱਚ ਰੱਖਿਆ ਗਿਆ। ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਪਹਿਲਾਂ ਕਿਹਾ ਸੀ ਕਿ ਤੁਹਾਡੇ ਬੱਚੇ ਦੀ ਹਾਲਤ ਸੀਰੀਅਸ ਹੈ, ਤੁਸੀਂ ਬੱਚੇ ਨੂੰ ਅੰਮ੍ਰਿਤਸਰ ਲੈ ਜਾਓ। ਡਾਕਟਰ ਨੇ ਕਿਹਾ ਕਿ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਸਾਨੂੰ ਲਿਖਤੀ ਰੂਪ ਵਿੱਚ ਲਿਖ ਕੇ ਦਿੱਤਾ ਕਿ ਸਾਡੇ ਬੱਚੇ ਦਾ ਇਲਾਜ ਇਸ ਹਸਪਤਾਲ ਵਿੱਚ ਹੀ ਕੀਤਾ ਜਾਵੇ। ਡਾਕਟਰ ਨੇ ਕਿਹਾ ਕਿ ਇਹਨਾਂ ਨੇ ਸਾਨੂੰ ਲਿਖਤੀ ਵਿੱਚ ਦਿੱਤਾ ਕਿ ਜੇ ਬੱਚੇ ਨੂੰ ਕੁਝ ਹੋ ਜਾਂਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਅਸੀਂ ਖੁਦ ਹੋਵਾਂਗੇ, ਜਿਸ ਤੋਂ ਬਾਅਦ ਅਸੀਂ ਬੱਚੇ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ। ਪਰ ਬੱਚੇ ਦੀ ਹਾਲਤ ਗੰਭੀਰ ਹੋਣ ਕਰਕੇ ਅੱਜ ਬੱਚੇ ਨੂੰ ਅਸੀਂ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿਸ ਤੋਂ ਬਾਅਦ ਬੱਚੇ ਦੀ ਮੌਤ ਹੋ ਗਈ। ਉਹਨਾਂ ਨੇ ਕਿਹਾ ਕਿ ਇਸ ਵਿੱਚ ਸਾਡਾ ਕੋਈ ਦੋਸ਼ ਨਹੀਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਸੀ ਕਿ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਕੁਝ ਲੋਕਾਂ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਅਸੀਂ ਮੌਕੇ ਤੇ ਪਹੁੰਚੇ ਅਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਗੱਲ ਸੁਣੀ ਹੈ, ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਡਾਕਟਰ ਨੇ ਸਹੀ ਇਲਾਜ ਨਹੀਂ ਕੀਤਾ, ਜਿਸ ਕਰਕੇ ਸਾਡੇ ਬੱਚੇ ਦੀ ਮੌਤ ਹੋ ਗਈ। ਉਹਨਾਂ ਨੇ ਕਿਹਾ ਕਿ ਅਸੀਂ ਡਾਕਟਰ ਨਾਲ ਵੀ ਗੱਲ ਕਰ ਰਹੇ ਹਾਂ ਅਤੇ ਅੱਗੇ ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ। ਦੁਆਬਾ ਮੇਲ ਦੇ ਨਾਲ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ, ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ। ਝਗੜਾ ਹੋ ਰਿਹਾ ਹਸਪੀਟਲ ਨੰਦਾ ਹਸਪੀਟਲ। ਅੱਛਾ, ਤੇ ਅਸੀਂ ਇੱਥੇ ਮੌਕੇ ਤੇ ਆਏ ਹਾਂ। ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਹੈ ਤੇ ਡਾਕਟਰ ਸਾਹਿਬ ਨਾਲ ਜੇ ਸਾਡੀ ਗੱਲ ਨਹੀਂ ਹੋਈ, ਪਰਿਵਾਰ ਵਾਲਿਆਂ ਨੂੰ ਇਹ ਗੱਲ ਕਹੀ ਹੈ ਕਿ ਸਾਨੂੰ ਰਿਟਨ ਕੰਪਲੇਂਟ ਦਿਓ। ਅੱਛਾ, ਅਸੀਂ ਬੋਰਡ ਬਿਠਾ ਕੇ ਇਹਦਾ ਬੱਚੇ ਦਾ ਪੋਸਟਮਾਰਟਮ ਕਰਾ ਲਏ, ਜੋ ਲੀਗਲੀ ਪ੍ਰੋਸੈਸ ਹੋਏਗਾ ਉਹੀ ਕਰਾਂਗੇ। ਪਰ ਪਰਿਵਾਰ ਮੈਂਬਰ ਜੇ ਸਾਨੂੰ ਕੰਪਲੇਂਟ ਨਹੀਂ ਕੋਈ ਰਿਟਨ ਦਿੱਤੀ ਉਹਨਾਂ ਨੇ ਤੇ ਨਾਰੇ ਵਜੇ ਦੇ ਤੇ ਡਾਕਟਰ ਸਾਹਿਬ ਨਾਲ ਗੱਲ ਕਰ ਲਿਆ। ਸੰਪਰਕ ਹੋਇਆ ਤੁਹਾਡਾ? ਨਹੀਂ, ਅਜੇ ਨਹੀਂ, ਉਹਨਾਂ ਨਾਲ ਡਾਕਟਰ ਸਾਹਿਬ ਨਾਲ ਗੱਲ ਨਹੀਂ ਅਜੇ ਹੋਈ। ਮਤਲਬ ਕਿਸੇ ਪਾਰਟੀ ਨੂੰ ਸੈਟੀਸਫਾਈ ਨਹੀਂ ਹਜੇ ਕਰ ਪਾਏ? ਨਹੀਂ, ਅਜੇ ਡਾਕਟਰ ਸਾਹਿਬ ਨਾਲ ਗੱਲ ਕਰ ਰਹੀ ਹੈ। ਡਾਕਟਰ ਸਾਹਿਬ ਨਾਲ ਗੱਲ ਕਰ ਰਹੀ ਹੈ, ਜਿਹੜੇ ਡਾਕਟਰ ਵਿੱਚ ਹੋ ਰਹੇ ਉਹਨਾਂ ਨਾਲ ਗੱਲ ਕਰਕੇ ਤੇ ਪਰਿਵਾਰ ਮੈਂਬਰਾਂ ਨਾਲ ਸਾਡਾ ਫਸਟ ਗੱਲ ਇਹ ਹੈ ਵੀ ਜਿਹਨਾਂ ਦੀ ਕੋਈ ਐਲੀਗੇਸ਼ਨ ਹੈਗਾ ਉਹਨਾਂ ਨੇ ਕੰਪਲੇਂਟ ਲੈ ਰਹੇ, ਜਿਸ ਤਰ੍ਹਾਂ ਐਜ਼ ਪਰ ਲੀਗਲ ਗੱਲ ਕਾਰਵਾਈ ਹੁੰਦੀ ਹੈ ਉਹੀ ਕਰਾਂਗੇ। ਕੁਛ ਨਹੀਂ, ਮਾੜਾ ਜਿਹਾ ਬੁਖਾਰ ਚੜਿਆ, ਮੈਂ ਉੱਥੇ ਲੈ ਕੇ ਆਈ। ਇੱਥੇ ਨੀਚੇ ਤਾਂ ਨੰਦਾ ਹਸਪਤਾਲ ਤੇ ਬੁਖਾਰ ਚੜਿਆ ਤੇ ਮੈਂ ਲੈ ਕੇ ਆਈ। ਬੁਖਾਰ ਠੀਕ ਹੋ ਗਿਆ ਦੂਜੇ ਦਿਨ। ਇਹਨਾਂ ਦੇ ਸਟਾਫ ਨੇ ਰਾਤ ਨੂੰ ਕੁੜੀ ਨੂੰ ਕੋਈ ਗੋਲੀਆਂ ਦਿੱਤੀਆਂ, ਉਹ ਦਵਾਈ ਜਿਹੜੀ ਮਿੱਠੀ ਹੁੰਦੀ ਹੈ ਜੀਭ ਨੂੰ ਲਾਉਣ ਵਾਲੀ, ਉਹਦੇ ਨਾਲ ਮੇਰੀ ਕੁੜੀ ਬੋਲਣਾ ਬੰਦ ਹੋ ਗਈ। ਬੋਲਣਾ ਰਾਤ ਬੰਦ ਹੋ ਗਈ। ਰਾਤ ਸਟਾਫ ਨੇ 8 ਤਰੀਕ ਦੇ ਲੈ ਕੇ ਆਏ ਨੇ ਆ 6 ਤਰੀਕ ਦੇ 6 ਤਰੀਕ ਦੀ ਉੱਥੇ ਦਾਖਲ ਕਰਾਈ ਦੀ। ਅੱਜ ਮੈਨੂੰ ਸਵੇਰੇ ਐਨ ਟਾਈਮ ਤੇ ਜਵਾਬ ਦਿੱਤਾ। 5 ਵਜੇ ਮੈਨੂੰ ਆਣ ਕੇ ਕਹਿੰਦਾ ਤੇਰਾ ਬੱਚਾ ਸੀਰੀਅਸ ਅੰਮ੍ਰਿਤਸਰ ਲੈ ਜਾ। ਅੰਮ੍ਰਿਤਸਰ ਮੈਨੂੰ ਉੱਥੇ ਫਸਾਤਾ। ਮੈਨੂੰ ਨਹੀਂ ਪਤਾ, ਮੈਂ ਅਨਪੜ੍ਹ ਸੀ, ਮੈਨੂੰ ਕੀ ਪਤਾ ਨਹੀਂ ਕਿਹੜੇ ਹਸਪਤਾਲ ਭੇਜਦਾ ਆ।
ਉੱਥੇ ਮੇਰੇ ਕੋਲ ਉਹਨਾਂ ਨੇ 30-40 ਹਜ਼ਾਰ ਰੁਪਇਆ ਲੈ ਕੇ ਤੇ ਮੈਨੂੰ ਅੰਦਰ ਬੱਚਾ ਨਹੀਂ ਵੇਖਣ ਦਿੱਤਾ। ਹੁਣ ਬੱਚਾ ਕਿਹੜੇ ਹਸਪੀਟਲ ਐਡਮਿਟ? ਗ੍ਰੇਸ ਹਸਪੀਟਲ ਉੱਥੇ ਵੀ ਉਹਨਾਂ ਨੇ ਮੇਰੇ ਕੋਲ ਮਰੇ ਦੇ ਬੱਚੇ ਦੇ ਪੈਸੇ ਲੈ ਲਏ ਆ। ਇੱਥੇ ਕਿਹੜੇ ਹਸਪੀਟਲ 'ਚ? ਅੰਬਰਸਰ ਇੱਥੇ ਕਿਹੜੇ? ਆ ਚੇਤਨੰਦਾ। ਇਹਨਾਂ ਨੇ ਤੁਹਾਨੂੰ ਰੈਫਰ ਕੀਤਾ? ਹਾਂ, ਇਹਨਾਂ ਨੇ ਸਵੇਰੇ ਮੈਨੂੰ 4000 ਰੁਪਇਆ ਐਂਬੂਲੈਂਸ ਤੇ ਰੈਫਰ ਕੀਤਾ ਜਦੋਂ ਮੇਰਾ ਬੱਚਾ ਜ਼ਿਆਦਾ ਖੂਨ ਆ ਗਿਆ ਉਦੋਂ ਇਹਨੇ ਮੈਨੂੰ ਬੱਚੇ ਨੂੰ ਰੈਫਰ ਕਰਤਾ। ਪਹਿਲੇ ਨੇ ਦੱਸਿਆ ਇਹ ਕੀ ਕਹਿੰਦੇ ਹੁਣ? ਇਹਨਾਂ ਨੇ ਕੁਛ ਨਹੀਂ, ਅਜੇ ਮੈਂ ਆਈ ਹਾਂ, ਅਸੀਂ ਤਾਂ ਅੰਬਰਸਰ ਉਤਰੇ ਹੀ ਅਜੇ ਕੀ ਲੈ ਕੇ ਜਾਈਏ। ਕਿਹੜਾ ਪਿੰਡ 'ਚ ਤੁਹਾਡਾ? ਪ੍ਰੇਮ ਨਗਰ। ਕੀ ਮੰਗ ਕੀ ਕਰਦੇ? ਮੰਗ ਕੀ ਕਰਦੇ ਕਿ ਕੋਲ ਇਨਸਾਫ ਚਾਹੀਦਾ ਕਿ ਹਰ ਇੱਕ ਦੇ ਬੱਚੇ ਗਰੀਬ ਨਾਲ ਧੱਕਾ ਨਾ ਕਰੇ, ਕਿਸੇ ਕੋਲ ਇੰਨਾ ਪੈਸਾ ਨਾ ਇਕੱਠਾ ਕਰੇ। ਕਿੰਨੇ ਪੈਸੇ? ਰੋਜ਼ ਦਾ ਪੈਸੇ ਜਮਾ ਕਰਦਾ ਰਿਹਾ 5-5000 2-2000 ਮੈਂ ਭਾਂਡੇ ਮਾਂਜ ਕੇ ਲਿਆ ਕੇ ਦਿੰਦੀ ਰਹੀ। ਮੈਨੂੰ ਕਹਿੰਦੇ ਤੇਰਾ ਬੱਚਾ ਠੀਕ ਹੋ ਜਾਏਗਾ। ਸਵੇਰੇ ਨੇ ਮੈਨੂੰ 5 ਵਜੇ ਜਵਾਬ ਦੇਤਾ ਮੌਕੇ ਤੇ, ਉੱਥੇ ਮੇਰਾ 50-60 ਹਜ਼ਾਰ ਲਵਾ ਕੇ ਫੇਰ ਮੈਨੂੰ ਭੇਜਦਾ ਵਾ। ਕਿਹੜੇ ਹਸਪੀਟਲ ਲਿਆਂਦਾ ਇਹ ਬੱਚਾ? ਚੇਤਨ ਕਿੱਦਾਂ ਦੇ ਇੱਥੇ ਲੈ ਕੇ ਆਏ? 6 ਤਾਰੀਖ ਨੂੰ ਤੁਸੀਂ ਕੀ ਲੱਗਦੇ ਹੋ ਬੱਚੇ ਨੂੰ? माँ ਕੀ ਪਰੇਸ਼ਾਨੀ ਕੀ ਆਈ ਬੱਚੇ ਨੂੰ? ਕੀ परेशानी है? पहले दिन ले आए थे चेकअप के लिए, तो बुखार था थोड़ा, तो उन्होंने बोला कि एडमिट कर दो यार ठीक हो जाएगा। तो फिर ठीक करते करते मतलब कि दवाइयाँ लगाते रहे, कभी टीके, कभी कोई निमोनिया वगैरह एक्सरे वगैरह करवाते रहे। 1500 ਦੇ ਇਹਨਾਂ ਨੇ ਸਾਡੇ ਕੋਲ ਟੀਕੇ ਲਵਾ ਤੇ ਕੁੜੀ ਤਾਂ ਵੀ ਨਹੀਂ ਬਚੀ। ਸਵੇਰੇ ਆ ਤੁਹਾਨੂੰ ਐਨ ਮੌਕੇ ਤੇ ਜਵਾਬ। प्रशासन से की मांग करते जी? चाहते हैं कि इधर इस वाले हॉस्पिटल में कोई ना है, किसी का बच्चा इधर चेतनंदा हॉस्पिटल। ਪ੍ਰੇਮ ਨਗਰ ਦੀ ਰਹਿਣ ਵਾਲੀ ਆ। की गल हुई? ਹਾਂਜੀ, ਗੱਲ ਕੁਛ ਨਹੀਂ ਜੀ, ਮੇਰਾ ਭਤੀਜੀ ਹੈ, ਮੇਰੇ ਛੋਟਾ ਭਰਾ ਵਿਚਾਰਾ ਵੈਸੇ ਹੀ ਐਕਸੀਡੈਂਟ ਹੋਇਆ ਦਾ, ਉਹਦੀ ਲੱਤ ਬਾਂਹ ਵਿਚਾਰੀ ਟੁੱਟੀ ਦੀ ਲੱਤ ਵਿਚਾਰੀ ਹਾਂ। ਮਿਹਨਤਾਂ ਕਰ ਕਰਕੇ ਲੋਕਾਂ ਦੇ ਭਾਂਡੇ ਮਾਂਜ ਕੇ ਮੇਰੀ ਮਾਂ ਨੇ ਗੁਜ਼ਾਰਾ ਕਰਵਾਇਆ, ਮੇਰੇ ਭਰਾ ਨੇ, ਮੇਰੀ ਮਾਂ ਨੇ ਗੁਜ਼ਾਰਾ ਕੀਤਾ ਆ। ਹਰ ਇੱਕ ਚੀਜ਼ ਗਹਿਣੇ ਤੱਕ ਪਾ ਛੜੀਆਂ ਨੇ, ਕਮੇਟੀਆਂ ਚੁੱਕ ਕੇ ਵਿਚਾਰੀ ਨੂੰ ਇਲਾਜ ਕਰਵਾਇਆ। ਇਹ ਡਾਕਟਰ ਸਿਰ ਬੱਚੇ ਨੂੰ ਮਾੜਾ ਜਿਹਾ ਬੁਖਾਰ ਹੋਇਆ ਸੀ, ਅਸੀਂ ਇਹਨੂੰ ਇੰਨੀ ਗੱਲ ਕਹੀ ਆ ਵੀ ਜੇ ਤੇਰੇ ਕੋਲ ਇਲਾਜ ਨਹੀਂ ਹੁੰਦਾ, ਬੁਖਾਰ ਆ, ਅਗਲੇ ਦਿਨ ਸਾਨੂੰ ਛੁੱਟੀ ਦੇ ਦੇ। ਇਹਨੇ ਸਾਨੂੰ ਛੁੱਟੀ ਨਹੀਂ ਦਿੱਤੀ, ਸਾਨੂੰ ਕਹਿੰਦਾ ਨਹੀਂ ਮੈਂ ਤੁਹਾਨੂੰ ਠੀਕ ਕਰਕੇ ਭੇਜਾਂਗਾ, ਤੁਹਾਡਾ ਬੱਚਾ, ਤੁਹਾਡਾ ਇਲਾਜ ਪੂਰਾ ਚੰਗੀ ਤਰ੍ਹਾਂ ਮੈਂ ਕਰਾਂਗਾ, ਘੱਟ ਪੈਸੇ ਕਰਾਂਗਾ, ਤੁਹਾਨੂੰ ਮੈਂ ਘੱਟ ਤੋਂ ਘੱਟ ਇਲਾਜ ਕਰਕੇ ਤੁਹਾਡਾ ਮੈਂ ਜਿੰਨੇ ਤੁਹਾਡੇ ਬਣੇਗੇ ਉਹ ਤੋਂ ਮੈਂ ਘੱਟ ਹੀ ਲਵਾਂਗਾ ਤੁਹਾਡੇ ਕੋਲ, ਮੈਂ ਤੀ ਬੱਚਾ ਮੇਰੇ ਕੋਲ ਹੀ ਰਹਿਣ ਦਿਓ। ਐਸੇ ਡਾਕਟਰ ਨੇ ਸਾਡੇ ਨਾਲ ਨਹੀਂ ਧੋਖਾਧੜੀ ਕੀਤੀ, ਮੇਰੀ ਮਾਂ ਨੂੰ ਆਪਣੇ ਝੱਥੇ 'ਚ ਫਸਾ ਕੇ ਰੱਖਿਆ ਤੇ ਸਾਡਾ ਬੱਚਾ ਨੇ ਰੋਜ਼ ਇਹਨੇ ਜਦੋਂ ਹੀ ਗੱਲ ਕਰਨੀ ਨਾ ਸਾਡਾ ਕੋਈ ਨਹੀਂ ਗੱਲ ਸੁਣਨੀ, ਬਸ ਕਹਿੰਦਾ ਠੀਕ ਆ। ਬੁਖਾਰ ਦੇ ਤੇ ਉਹਨੇ ਨਮੂਨੀਆ ਕਰਤਾ, ਨੂੰ ਨਮੂਨੀਆ ਤੋਂ ਉਹਨੂੰ ਇਨਫੈਕਸ਼ਨ ਕਰਤੀ, ਫਿਰ ਕਹਿੰਦਾ ਉਹਦਾ ਖੂਨ ਘਟ ਗਿਆ, ਕਦੀ ਕਹਿੰਦਾ ਉਹਦੇ ਸੈੱਲ ਘਟ ਗਏ ਨੇ, ਕਦੀ ਕਹਿੰਦਾ ਜੀ ਇਹ ਉਹਨੂੰ ਕੋਈ ਯੂਰੀਆ ਵੱਧ ਗਿਆ ਵਾ, ਪਤਾ ਨਹੀਂ ਇਹਨੇ ਕਿੰਨੇ ਲੱਛਣ ਦੱਸ ਛੜੇ। ਕੁੜੀ ਨੂੰ ਨੱਕ ਰਾਹੀਂ ਦੁੱਧ ਪਿਲਾਉਂਦਾ ਰਿਹਾ ਵਾ, ਫਿਰ ਆਕਸੀਜਨਾਂ ਲਾਤੀਆਂ, ਕਦੀ ਕਹਿੰਦਾ ਇਹਦਾ ਚਿੱਟਾ ਖੂਨ ਹੋ ਗਿਆ, ਕਦੀ ਕੁਝ ਪਤਾ ਨਹੀਂ ਕਿੰਨੇ ਡਰਾਮੇ ਲਾ ਕੇ ਸਾਡੇ ਬੱਚੇ ਨੂੰ ਜਾਣ ਬੁੱਝ ਕੇ ਸਾਨੂੰ ਛੁੱਟੀ ਨਹੀਂ ਦਿੱਤੀ। ਐਨ ਮੌਕੇ ਤੇ ਇਹਨੇ ਖੂਨ ਖਾਨ ਚਾੜ ਕੇ ਉਹ ਕੁੜੀ ਨੂੰ ਉਲਟੀਆਂ ਦਵਾ ਕੇ ਖੂਨ ਦੀਆਂ, ਫਿਰ ਇਹਨੇ ਸਾਡਾ ਬੱਚਾ ਨੇ ਉੱਥੇ ਰੈਫਰ ਕਰਤਾ, ਉਹ ਵੀ ਇਹਨੇ ਆਪਣੇ ਕੋਈ ਰਿਸ਼ਤੇਦਾਰਾਂ ਦੇ ਕਰ ਦਿੱਤਾ, ਜਿੱਥੇ ਸਾਡੇ ਕੋਲ ਸਵੇਰੇ ਐਂਬੂਲੈਂਸ ਦੇ 4-5000 ਰੁਪਏ ਕੋਲ ਖੜਦਾ ਸਾਡੇ ਕੋਲੋਂ, ਉਹ ਜਿਹਦੀ ਜ਼ਿੰਮੇਵਾਰੀ ਹੀਗਾ ਇਹਨੇ ਦਾਖਲ ਕੀਤਾ, ਤਾਂ ਫਿਰ ਤੂੰ ਆਪਣੇ ਪੱਲਿਓ ਹੁਣ ਭੇਜ। ਉੱਥੇ ਭੇਜ ਕੇ ਜਦੋਂ ਨੇ ਦੇਖਿਆ ਵੀ ਬਿਲਕੁਲ ਖਤਮ ਹੋ ਗਿਆ, ਮੈਂ ਨਹੀਂ ਬੱਚੇ ਦਾ ਇਲਾਜ ਕਰ ਸਕਦਾ, ਫਿਰ ਇਹਨੇ ਜਵਾਬ ਦਿੱਤਾ ਸਾਨੂੰ ਤੂੰ ਪਹਿਲੇ ਕਿਉਂ ਨਹੀਂ ਜਵਾਬ ਦਿੱਤਾ ਜਦ ਤੂੰ ਨਹੀਂ ਕਿਹਾ ਸੀ ਤੇ ਆਹ ਲਾਲਚ ਬਸ ਪੈਸਾ ਖਾਂਦਾ ਏ ਲੋਕਾਂ ਕੋਲੋਂ, ਬੱਚੇ ਦੀ ਲਾਸ਼ਾਂ ਅੰਦਰ ਰੱਖ ਕੇ ਤੇ ਲੋਕਾਂ ਕੋਲ ਪੈਸੇ ਖਾਂਦਾ ਏ, ਬੜਿਆਂ ਕੋਲ ਨਕਲ ਕੀਤਾ ਆ। ਮੰਗ ਇਹੋ ਹੀ ਕਰਨੇ ਵੀ ਜਿਸ ਤਰ੍ਹਾਂ ਲੋਕਾਂ ਦੇ ਬੱਚਿਆਂ ਨਾਲ ਤਾਂ ਕਰਦਾ ਨਾ, ਬੰਦ ਹੀ ਹੋਣਾ ਚਾਹੀਦਾ ਵੇ ਇਹੋ ਹਸਪਤਾਲ ਤੇ, ਕਿਉਂਕਿ ਇਹ ਬੱਚੇ ਨੂੰ ਜਨਮ ਨਹੀਂ ਦੇ ਰਿਹਾ, ਇਹ ਬੱਚਿਆਂ ਨੂੰ ਮਾਰ ਕੇ ਲੋਕਾਂ ਦੀ ਦਲਾਲੀ ਕਰ ਰਿਹਾ, ਅੰਦਰ ਕਮਾਈ ਖਾ ਰਿਹਾ ਲੋਕਾਂ ਦੇ ਬੱਚਿਆਂ ਦੀ। ਠੀਕ ਹੈ ਨਾ, ਮੰਗ ਮੈਂ ਇਹੋ ਕਰਦੀ ਵੀ ਇਹੋ ਜਿਹਾ ਹਸਪਤਾਲ ਬੰਦ ਹੋਣਾ ਚਾਹੀਦਾ ਤੇ ਇੱਥੇ ਕੋਈ ਵੀ ਨਾ ਆਵੇ ਇਹਦੇ ਹਸਪਤਾਲ ਦੇ ਵਿੱਚ, ਇਹਦਾ ਹਸਪਤਾਲ ਏਦਾਂ ਹੀ ਬੰਦ ਹੋ ਜੇ ਬਸ। ਕਿਉਂਕਿ ਬੱਚਾ ਨਾ ਐਕਚੁਅਲੀ ਇਹ ਜੁੜਵਾਂ ਬੱਚੇ ਹੋਏ ਸੀਗੇ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਦੇ ਵਿੱਚ, 2 ਕੁੜੀਆਂ ਹੋਈਆਂ ਸੀ ਅਟਮਾਈਆਂ, 1600-1700 ਗ੍ਰਾਮ ਦੀਆਂ ਸੀਗੀਆਂ, ਔਰ ਇੱਕ ਲੜਕੀ ਉੱਥੇ ਹੀ ਇਹਨਾਂ ਦੀ ਡੈਥ ਹੋ ਗਈ ਸੀਗੀ ਦੂਜੇ-ਤੀਜੇ ਦਿਨ, ਔਰ ਇੱਕ ਨੂੰ ਇਹ ਚੁੱਕ ਕੇ ਅੰਮ੍ਰਿਤਸਰੋਂ ਗੁਰਦਾਸਪੁਰ ਲਾਏ ਤੇ ਮੇਰੇ ਹਸਪਤਾਲ ਲਾਏ ਸੀਗੇ। ਉਹ ਕੁੜੀ 4 ਦਿਨ ਸਾਡੇ ਕੋਲ ਦਾਖਲ ਰਹੀ ਆ ਤੇ ਉਸ ਤੋਂ ਬਾਅਦ ਉਹ ਛੁੱਟੀ ਹੋ ਗਈ, ਠੀਕ ਠਾਕ ਹੋ ਗਈ ਸੀਗੀ। ਉਸ ਤੋਂ ਬਾਅਦ 1-2 ਵਾਰੀ ਵਿੱਚੋਂ ਦਿਖਾਇਆ ਵਾ, ਉਸ ਤੋਂ ਬਾਅਦ ਇਹ ਠੀਕ ਠਾਕ ਰਹੇ ਨੇ। ਜਦੋਂ ਬੱਚੀ 26 ਦਿਨ ਦੀ ਹੋਈ ਆ ਤੇ ਸਾਡੇ ਕੋਲ ਲੈ ਕੇ ਆਏ, ਬੱਚੀ ਸੀਰੀਅਸ ਸੀਗੀ, ਬੁਖਾਰ ਬਹੁਤ ਜ਼ਿਆਦਾ ਸੀਗਾ ਤੇ ਤੰਗ ਸੀਗੀ ਬੱਚੀ, ਤੇ ਸਾਡੇ ਕੋਲ ਦਾਖਲ ਹੋ ਗਈ ਆ ਕੇ, ਔਰ ਦੁੱਧ ਨਹੀਂ ਪੀ ਰਹੀ ਬੱਚੀ, ਤੇ ਉਦੋਂ ਵੀ 1600-1700 ਗ੍ਰਾਮ ਦੀ ਸੀਗੀ, ਔਰ ਸਾਹ ਵੀ ਕਾਫੀ ਤੇਜ਼ ਸੀਗਾ। ਅਸੀਂ ਉਹਦੇ ਟੈਸਟ ਟੂਸਟ ਕਰਾਏ, ਉਹਦੇ ਇਨਫੈਕਸ਼ਨ ਸੀਗੀ, ਅਸੀਂ ਉਹਦਾ ਇਲਾਜ ਸ਼ੁਰੂ ਕੀਤਾ। ਸ਼ੁਰੂ 'ਚ 2-3 ਦਿਨਾਂ 'ਚ ਉਹਦਾ ਥੋੜ੍ਹਾ ਜਿਹਾ ਬੁਖਾਰ ਲੱਥਿਆ, ਪਰ ਹੌਲੀ ਹੌਲੀ ਉਹ ਜਿਹੜੀ ਸੀ, ਕਿਉਂਕਿ ਬੱਚੀ ਬਹੁਤ ਜ਼ਿਆਦਾ ਕਮਜ਼ੋਰ ਸੀ, ਉਹਨੂੰ ਨਮੂਨੀਆ ਹੋਇਆ ਸੀਗਾ, ਤੇ ਉਹਦਾ ਸਾਹ ਜਿਹੜਾ ਸੀਗਾ ਹੌਲੀ ਹੌਲੀ ਤੇਜ਼ ਹੋਣਾ ਸ਼ੁਰੂ ਹੋ ਗਿਆ, ਤੇ ਵਿੱਚ ਉਹਦੇ ਨਾ ਪੇਟ 'ਚੋਂ ਖੂਨ ਵੀ ਆਉਣ ਲੱਗ ਪੈਂਦਾ ਸੀ, ਕਦੀ ਉਹ ਦੁੱਧ ਪੀਂਦੀ ਤੇ ਉਹਨੂੰ ਫਾਰਾ ਪੈ ਜਾਂਦਾ ਸੀਗਾ। ਤੇ ਇਸੇ ਦੌਰਾਨ ਇਹ ਜਿਹੜੀ ਇਹਨਾਂ ਨੂੰ ਦੱਸਿਆ ਗਿਆ ਵੀ ਤੁਹਾਡਾ ਬੱਚਾ ਸੀਰੀਅਸ ਹੈਗਾ ਵਾ, ਤਾਂ ਇਹ 8 ਤਰੀਕ ਨੂੰ ਦਾਖਲ ਹੋਇਆ। ਅਸੀਂ ਵਿੱਚੋਂ 1-2 ਵਾਰੀ ਦਵਾਈਆਂ ਬਦਲ ਕੇ ਇਹਨਾਂ ਨੂੰ ਕਿਹਾ ਕਿ ਅਸੀਂ ਬਦਲ ਕੇ ਦੇਖ ਲੈਂਦੇ ਹਾਂ, ਚਲੋ ਜੇ ਬੱਚੇ ਤੁਹਾਡੇ ਨੂੰ ਆਰਾਮ ਆਉਂਦਾ ਤਾਂ ਅਸੀਂ ਟ੍ਰੀਟਮੈਂਟ ਕੰਟੀਨਿਊ ਰੱਖਦੇ ਹਾਂ।
17 ਤਰੀਕ ਨੂੰ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਬੱਚਾ ਜਿਹੜਾ ਵਾ ਤੁਹਾਡਾ ਅਜੇ ਵੀ ਇੰਨੇ ਦਿਨ ਹੋ ਗਏ ਠੀਕ ਨਹੀਂ ਹੋ ਰਿਹਾ, ਕਿਉਂਕਿ ਬੱਚਾ ਬਹੁਤ ਕਮਜ਼ੋਰ ਆ, ਉਹਨੂੰ ਨਮੂਨੀਆ ਹੋਇਆ ਪਿਆ ਵਾ, ਤੇ ਜੇ ਤੁਸੀਂ ਲੈ ਕੇ ਜਾਣਾ ਅੰਮ੍ਰਿਤਸਰ ਲੈ ਜਾਓ, ਤੇ ਮੈਂ ਜਦ ਤੱਕ ਤੁਸੀਂ ਲਿਖ ਕੇ ਨਹੀਂ ਦਿਓਗੇ ਮੈਨੂੰ ਕਿ ਅਸੀਂ ਇੱਥੇ ਇਲਾਜ ਕਰਾਉਣਾ ਚਾਹੁੰਦੇ ਆਪਣੇ ਰਿਸਕ 'ਤੇ, ਮੈਂ ਇਲਾਜ ਨਹੀਂ ਕਰਨਾ ਹੈਗਾ। ਤੇ ਅਸੀਂ ਇਹਨਾਂ ਕੋਲ ਫਾਈਲ 'ਚ ਲਿਖਾਇਆ ਵਾ, ਤੁਹਾਨੂੰ ਵੀ ਉਹਦੀ ਕਾਪੀ ਦਿੱਤੀ ਹੋਣੀ ਆ, ਫੜਾਈ ਆ, ਵੀ ਅਸੀਂ ਇਹਨਾਂ ਨੇ ਲਿਖਿਆ ਕਿ ਅਸੀਂ ਅੰਮ੍ਰਿਤਸਰ ਡਾਕਟਰ ਸਾਹਿਬ ਨੇ ਸਾਨੂੰ ਕਿਹਾ ਵਾ ਜਾਣ ਵਾਸਤੇ, ਪਰ ਅਸੀਂ ਆਪਣੇ ਰਿਸਕ 'ਤੇ ਇੱਥੇ ਇਲਾਜ ਕਰਾਉਣਾ ਵਾ, ਡਾਕਟਰ ਦੀ ਇਹਦੇ 'ਚ ਕੋਈ ਜ਼ਿੰਮੇਵਾਰੀ ਨਹੀਂ ਹੋਏਗੀ। ਮੈਂ ਕਿਹਾ ਚਲੋ ਗਰੀਬ ਬੰਦੇ ਜੇ, ਅੰਮ੍ਰਿਤਸਰ ਪੈਸੇ ਬੜੇ ਲੱਗਣੇ ਤੁਹਾਡੇ, ਤੇ ਚਲੋ ਕੋਸ਼ਿਸ਼ ਕਰ ਲੈਂਦੇ ਆ। ਮੈਂ ਚਲੋ ਇਲਾਜ ਕਰਦੇ ਰਹੇ, ਬਟ ਜਿਸ ਤਰ੍ਹਾਂ ਟਾਈਮ ਗਿਆ ਵਾ ਉਹਦੇ ਇਸੇ ਦੌਰਾਨ ਅਸੀਂ ਉਹਨੂੰ ਬਲੱਡ ਵੀ ਦਿੱਤਾ ਵਾ, ਪਰ 2-3 ਦਿਨ ਤੋਂ ਜਿਹੜਾ ਇਹ ਬੱਚਾ ਸੀਗਾ ਉਹ ਇੰਪਰੂਵ ਨਹੀਂ ਸੀ ਕਰ ਰਿਹਾ, ਤੇ ਉਹਨੂੰ ਥੋੜਾ ਦੁਬਾਰਾ ਖੂਨ ਆਉਣ ਲੱਗ ਪਿਆ ਉਹਦੀ ਨਾਲੀ ਦੇ ਵਿੱਚ, ਉਹਦੀ ਜਿਹੜੀ ਅਸੀਂ ਦੁੱਧ ਵਾਸਤੇ ਨਾਲੀ ਪਾਈ ਸੀਗੀ। ਤੇ ਮੈਂ ਇਹਨਾਂ ਨੂੰ ਕਿਹਾ ਕਿ ਮੈਨੂੰ ਬੱਚਾ ਠੀਕ ਨਹੀਂ ਲੱਗਦਾ ਹੈਗਾ, ਤੁਹਾਡਾ ਕੀ ਵਿਚਾਰ ਹੈਗਾ। ਤੇ ਇਹ ਜਿਹੜੀ ਇਹਦੀ ਦਾਦੀ ਆ ਉਹ ਕਿਤੇ ਕੰਮ ਕਰਦੀ ਸੀਗੀ, ਔਰ ਉਹ ਜਿਹੜੇ ਓਨਰ ਸੀ ਉਹ ਵੀ ਆਏ ਨਾਲ। ਉਹਨਾਂ ਨੇ ਕਿਹਾ ਡਾਕਟਰ ਸਾਹਿਬ ਗਰੀਬ ਹੈਗੇ ਆ, ਮੈਂ ਵੀ ਆਇਆ ਵਾਂ, ਤੇ ਮੇਰੀ ਰਿਕੁਐਸਟ ਸੁਣ ਲਓ ਵੀ ਇਹ ਗਰੀਬ ਬੰਦੇ ਨੇ, ਤੁਸੀਂ ਕੋਸ਼ਿਸ਼ ਕਰੋ, ਕੋਈ ਗੱਲ ਨਹੀਂ, ਬਾਕੀ ਤੇ ਰੱਬ ਨੇ ਕਰਨਾ ਹੈਗਾ ਵਾ। ਅੱਜ ਮੋਰਨਿੰਗ ਟਾਈਮ ਮੈਂ ਜਦੋਂ 4 ਵਜੇ ਕੱਲ ਰਾਤੀ ਜਿਹੜਾ ਸੀਗਾ ਉਹਦੇ ਥੋੜਾ ਖੂਨ ਮੈਨੂੰ ਲੱਗਦਾ ਵੀ ਜ਼ਿਆਦਾ ਹੋ ਗਿਆ, ਤੇ ਮੈਂ ਇਹਨਾਂ ਨੂੰ ਕਿਹਾ ਵੀ ਖੂਨ ਜ਼ਿਆਦਾ ਆ ਰਿਹਾ, ਤੇ ਉਹ ਕਹਿੰਦੇ ਕੋਈ ਨਹੀਂ ਡਾਕਟਰ ਸਾਹਿਬ ਅਸੀਂ ਸਵੇਰੇ ਬਲੱਡ ਮਤਲਬ ਕੋਸ਼ਿਸ਼ ਕਰਦੇ ਹਾਂ, ਦੁਬਾਰਾ ਚੜਾ ਲੈਂਦੇ ਹਾਂ। ਤੇ ਸਵੇਰੇ 4 ਵਜੇ ਬਲੀਡ ਜ਼ਿਆਦਾ ਸੀ, ਤੇ ਮੈਂ ਕਿਹਾ ਤੁਸੀਂ ਦੱਸੋ, ਤੇ ਉਹ ਕਹਿੰਦੇ ਕੋਈ ਨਹੀਂ ਅਸੀਂ ਕੋਸ਼ਿਸ਼ ਕਰ ਲੈਂਦੇ ਹਾਂ, ਅੰਮ੍ਰਿਤਸਰ ਲੈ ਨੇ। ਮੈਂ ਚਲੋ ਲੈ ਜਾਓ। ਅੱਜ ਇਹ ਅੰਮ੍ਰਿਤਸਰ ਲੈ ਗਏ ਨੇ ਸਵੇਰੇ 4 ਵਜੇ, ਉੱਥੇ ਇਹਨਾਂ ਨੂੰ ਬਲੱਡ ਵੀ ਦਿੱਤਾ ਗਿਆ ਵਾ, ਕਿਉਂਕਿ ਬੱਚਾ ਬਹੁਤ ਕਮਜ਼ੋਰ ਸੀਗਾ, 1600-1700 ਗ੍ਰਾਮ ਸੀਗਾ, ਔਰ ਅਠਮਾਇਆ ਸੀਗਾ, ਔਰ ਜੁੜਵਾਂ ਬੱਚੇ ਸੀ, ਇੱਕ ਜਿਹੜਾ ਡੈਥ ਹੋ ਚੁੱਕੀ ਸੀ, ਤੇ ਅੰਦਰੋਂ ਬਹੁਤ ਕਮਜ਼ੋਰ ਸੀ। ਇਹਦਾ ਸੀਟੀ ਸਕੈਨ ਹੋਇਆ ਵਾ ਛਾਤੀ ਦਾ, ਤੇ ਉਹਦੇ 'ਚ ਵੀ ਨਮੂਨੀਆ ਸੀਗਾ ਬੱਚੇ ਨੂੰ, ਸੋ ਬੱਚਾ ਬਹੁਤ ਜ਼ਿਆਦਾ ਤੰਗ ਸੀਗਾ। ਤੇ ਉੱਥੇ ਡਾਕਟਰ ਨੇ ਕਾਫੀ ਕੋਸ਼ਿਸ਼ ਕੀਤੀ ਆ, ਤੇ ਉਹਨਾਂ ਨੇ ਬਲੱਡ ਵੀ ਚਾੜਿਆ ਇਹਨੂੰ, ਬੱਚੇ ਨੂੰ ਸੈੱਲ ਵੀ ਘੱਟ ਸੀਗੇ, ਪਰ ਬੱਚੇ ਦੀ ਡੈਥ ਹੋ ਗਈ ਆ। ਜਦੋਂ ਕਿ ਅਸੀਂ 17 ਤਰੀਕ ਨੂੰ ਇਹਨਾਂ ਨੂੰ ਕਹਿ ਦਿੱਤਾ ਸੀ ਵੀ ਤੁਸੀਂ ਜੋ ਵੀ ਇੱਥੇ ਇਲਾਜ ਕਰਾਉਣਾ ਆਪਣੇ ਰਿਸਕ 'ਤੇ ਕਰਾਉਣਾ ਵਾ, ਅਸੀਂ ਇਲਾਜ ਨਹੀਂ ਕਰਨਾ ਹੈਗਾ, ਸਾਡੇ ਕੋਲ ਸਾਰਾ ਕੁਝ ਲਿਖਿਆ ਹੈਗਾ। ਉਹਨਾਂ ਵੱਲੋਂ ਇਹੋ ਗੱਲ ਉਹਨਾਂ ਜਿਹੜੇ ਸਾਈਨ ਕੀਤੇ ਜਾ ਰਹੀ ਆ ਸਰ, ਨਾ ਸਾਨੂੰ ਦੱਸਿਆ ਗਿਆ ਕੁਛ। ਸਰ ਮੇਰੀ ਗੱਲ ਸੁਣੋ, ਜਿਹੜੀ ਲੇਡੀ ਇੱਥੇ ਬਹਿ ਕੇ ਇੰਨਾ ਤਮਾਸ਼ਾ ਕਰ ਸਕਦੀ, ਉਹਨੂੰ ਲੱਗਦਾ ਤੁਹਾਨੂੰ ਵੀ ਉਹ ਇਦਾਂ ਸਾਈਨ ਕਰ ਦੂਗੀ? ਜਿਹੜਾ ਬੰਦਾ ਇੱਥੇ ਸਾਰਾ ਦਿਨ ਬੈਠ ਕੇ ਇੰਨਾ ਕਰ ਸਕਦਾ, ਇੰਨੇ ਨਾਅਰੇ ਲਾ ਸਕਦਾ, ਤੁਹਾਨੂੰ ਲੱਗਦਾ ਕੋਈ ਇਦਾਂ ਸਾਈਨ ਕਰ ਦੂ? ਪੰਜਾਬੀ 'ਚ ਸਾਈਨ ਆ, ਕੋਈ ਅੰਗਰੇਜ਼ੀ ਥੋੜਾ ਕਰਾਇਆ, ਪੰਜਾਬੀ 'ਚ ਲਿਖਿਆ ਗਿਆ ਵਾ। ਸਰ ਉਹ ਅਸੀਂ ਵੀ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਤੁਹਾਡਾ ਬੱਚਾ ਸੀਰੀਅਸ ਜੇ ਤੁਸੀਂ ਕੋਸ਼ਿਸ਼ ਕਰਨੀ ਕਰ ਲਓ, ਜੇ ਤੁਸੀਂ ਕਹਿੰਦੇ ਰਿਸਕ ਲੈ ਕੇ ਇੱਥੇ ਕਰਾਉਣਾ, ਅਸੀਂ ਵੀ ਚਲੋ ਕੋਸ਼ਿਸ਼ ਹੋਰ ਕਰਕੇ ਦੇਖ ਲੈਂਦੇ ਹਾਂ। ਉਹ ਕਹਿੰਦੇ ਚਲੋ ਅਸੀਂ ਆਖਰੀ ਵਾਰ ਕੋਸ਼ਿਸ਼ ਕਰਕੇ ਵੇਖ ਲੈਂਦੇ ਹਾਂ, ਸਾਡਾ ਬੱਚਾ ਪਹਿਲਾਂ ਵੀ ਐਕਸਪਾਇਰ ਹੋ ਚੁੱਕਾ ਵਾ, ਸਾਡੇ ਹੱਥ ਕੁਛ ਨਹੀਂ ਆਇਆ। ਤੇ ਮੈਂ ਚਲੋ ਕੋਸ਼ਿਸ਼ ਕਰ ਲਓ। ਜਿੱਥੋਂ ਤੱਕ ਸਾਈਨਾਂ ਦੀ ਗੱਲ ਆ, ਪੰਜਾਬੀ 'ਚ ਲਿਖਿਆ ਹੋਇਆ ਵਾ ਵੀ ਮੈਨੂੰ ਡਾਕਟਰ ਸਾਹਿਬ ਨੇ ਕਿਹਾ ਵਾ ਕਿ ਇਹਨੂੰ ਬੱਚੇ ਨੂੰ ਅੰਮ੍ਰਿਤਸਰ ਲੈ ਜਾਓ, ਅਸੀਂ ਆਪਣੇ ਰਿਸਕ 'ਤੇ ਕਰਾ ਰਹੇ। ਕੋਈ ਹਰ ਬੰਦੇ ਨੂੰ ਪੰਜਾਬੀ ਆਉਂਦੀ ਆ, ਕਿਹਨੂੰ ਨਹੀਂ ਆਉਂਦੀਗੀ? ਪੰਜਾਬੀ 'ਚ ਉਹਨੇ ਸਾਈਨ ਕੀਤੇ ਆ, ਕੋਈ ਇੱਦਾਂ ਦਾ ਤਾਂ ਹੈ ਨਹੀਂ ਆ ਵੀ ਬਾਅਦ 'ਚੋਂ ਲਿਖ ਲਿਆ ਜਾਂ ਸਾਈਨ ਕੀਤੇ ਆ। ਉਹ ਐਡੀ ਸਿੱਧੀ ਤਾਂ ਹੈ ਨਹੀਂ ਬੀਬੀ। ਆਫਟਰ ਆਲ ਸ਼ਹਿਰ ਦੇ ਰਹਿਣ ਵਾਲੇ ਨੇ, ਕੰਮ ਕਰਦੇ ਕਿਤੇ ਜਾ ਕੇ, ਉਹਦਾ ਓਨਰ ਵੀ ਆਇਆ ਕੱਲ, ਜਿੱਥੇ ਕੰਮ ਕਰਦੀ ਹੈ ਉਹਨਾਂ ਨੂੰ ਪੁੱਛੋ ਤੁਹਾਡਾ ਓਨਰ ਨਹੀਂ ਆਇਆ ਰਾਤੀ? ਉਹਨੇ ਵੀ ਕਿਹਾ ਵਾ ਕੋਈ ਨਹੀਂ ਡਾਕਟਰ ਸਾਹਿਬ ਤੁਸੀਂ ਕੋਸ਼ਿਸ਼ ਕਰੋ, ਬਾਕੀ ਤਾਂ ਜੋ ਹੋਣਾ ਰੱਬ ਨੇ ਕਰਨਾ ਹੈਗਾ। ਤਾਂ ਸਾਡਾ ਇਹਦੇ 'ਚ ਕੋਈ ਨਹੀਂ ਹੈਗਾ। 1700 ਗ੍ਰਾਮ ਦਾ ਬੱਚਾ, ਅਠਮਾਇਆ ਬੱਚਾ, ਜੁੜਵਾਂ ਬੱਚਾ, ਔਰ ਇੱਥੋਂ ਇੱਕ ਬੱਚਾ ਇਹਨਾਂ ਦਾ ਉੱਥੇ ਪਹਿਲਾਂ ਐਕਸਪਾਇਰ ਹੋ ਚੁੱਕਾ, ਸਾਡੇ ਕੋਲ ਇੱਕ ਵਾਰੀ ਠੀਕ ਹੋ ਕੇ ਵੀ ਜਾ ਚੁੱਕਾ ਇੱਥੋਂ ਬੱਚਾ। ਹੁਣ ਇਹਨਾਂ ਕੋਲ ਸੰਭਾਲ ਨਹੀਂ ਹੋਈ, ਜਾਂ ਉਹਨੂੰ ਕਿਉਂਕਿ ਪਹਿਲਾਂ ਵੀ ਮਰ ਗਿਆ, ਹੋ ਸਕਦਾ ਉਹਨੂੰ ਆਪਣੇ ਅੰਦਰੂਨੀ ਜਿਹੜੇ ਉਹਦੇ ਅੰਗ ਪ੍ਰੋਪਰ ਨਹੀਂ ਬਣੇ ਹੈਗੇ, ਜਿਹਦੇ ਕਰਕੇ ਬੱਚਾ ਨਹੀਂ ਚੱਲ ਸਕਿਆ। ਹੁਣ ਜਿਹੜਾ ਵਿਰਾਦ ਤੇ ਹੋ ਰਿਹਾ, ਇਹ ਕੀ ਤੁਸੀਂ ਸੈਟੀਸਫਾਈ ਕਰ ਪਾਓਗੇ ਇਹਨਾਂ ਨੂੰ? ਮੈਂ ਤਾਂ ਇਹੀ ਕਹਿ ਰਿਹਾ ਕਿ ਅਸੀਂ ਤਾਂ ਇਲਾਜ ਕੀਤਾ ਜੀ, ਇਹਨਾਂ ਨੂੰ ਹਰ ਚੀਜ਼ ਦੱਸ ਕੇ ਡੇਲੀ ਇਹਨਾਂ ਦੇ ਸਾਈਨ ਕਰਾਇਆ ਕਿ ਤੁਹਾਡਾ ਬੱਚਾ ਸੀਰੀਅਸ ਹੈਗਾ ਵਾ। ਸਾਡੇ ਕੋਲ ਰੋਜ਼ ਦੇ ਸਾਈਨ ਹੈਗੇ ਆ। ਉਹਨਾਂ ਦਾ ਕਹਿਣਾ ਕਿ ਪੈਸੇ ਵੀ ਬਟੋਰ ਲਏ ਗਏ, ਸਾਨੂੰ ਦੱਸਿਆ ਨਹੀਂ। ਵੇਖੋ ਉਹਨਾਂ ਦੇ 14 ਤਰੀਕ ਸਾਡੇ ਕੋਲ 2 ਹਫ਼ਤੇ ਰਿਹਾ ਬੱਚਾ, 8 ਤਰੀਕ ਨੂੰ ਆਇਆ ਔਰ 22 ਤਰੀਕ ਨੂੰ ਇਹ ਸਵੇਰੇ ਗਿਆ ਵਾ। ਇਸ ਦੌਰਾਨ ਅਸੀਂ ICU 'ਚ ਸਾਡਾ ਜਿੰਨੇ ਪੈਸੇ ਬਣਦੇ ਉਹਦਾ 50% ਵੀ ਨਹੀਂ ਲਿਆ ਹੈਗਾ। ਸਿਰਫ ਅਸੀਂ ਤਾਂ ਇੱਕ ਇਨਸਾਨੀਅਤ ਦੇ ਨਾਤੇ ਜਿਹੜੀ ਆ, ਕਿਉਂਕਿ ਗਰੀਬ ਬੰਦੇ ਸੀਗੇ, ਤੇ ਚਲੋ ਮੈਂ ਕਿਹਾ ਵੀ ਇਹਨਾਂ ਦਾ ਬੱਚਾ ਪਹਿਲਾਂ ਵੀ ਮਰ ਗਿਆ ਤੇ ਕੋਈ ਗੱਲ ਨਹੀਂ, ਸਾਡਾ ਕੀ ਆ, ਕੋਸ਼ਿਸ਼ ਕਰਨੀ ਆ। ਅਸੀਂ ਨੋਮੀਨਲ ਚਾਰਜਸ ਤੇ ਉਹਨਾਂ ਦਾ ਕੰਮ ਕੀਤਾ ਹੈਗਾ, ਸਭ ਤੋਂ ਘੱਟ ਚਾਰਜਸ ਦੇ। ਬਲੀਵ ਕਰੋ ਕੋਈ 14 ਦਿਨ ICU 'ਚ ਬੱਚਾ ਰਿਹਾ ਤੇ ਉਹਦੇ ਕੋਲ 20-22 ਹਜ਼ਾਰ ਰੁਪਇਆ ਲਿਆ ਹੋਇਆ, ਜਦੋਂ ਕਿ ਮੈਨੂੰ ਲੱਗਦਾ ਕਿ ICU 'ਚ ਲੋਕੀ ਦੂਜੇ ਦਿਨ 'ਚ 22 ਹਜ਼ਾਰ ਲੈ ਲੈਂਦੇ ਆ। ਆਪਾਂ ਨੂੰ ਡੇਲੀ ਪਤਾ, ਤੁਹਾਨੂੰ ਰੋਜ਼ ਦਾ ਪਤਾ ਵੀ ICU 'ਚ ਚਾਰਜਸ ਕਿੰਨੇ ਹੁੰਦੇ ਹੈਗੇ। ਅਸੀਂ ਉਹਨੂੰ ICU 'ਚ ਰੱਖ ਕੇ ਵੀ ਉਹਦੇ
ਨਾਰਮਲ ਬੈੱਡ ਚਾਰजेस ਲਿੱਤੇ ਆ, ਸਿਰਫ ਇਸ ਕਰਕੇ ਵੀ ਚਲੋ ਗਰੀਬ ਹੈਗੇ ਆ, ਮੇਰੇ ਕੋਲ ਪਹਿਲਾਂ ਵੀ ਬੱਚਾ ਇਹ ਆਇਆ ਵਾ ਤੇ ਚਲੋ ਇਹਨਾਂ ਦਾ ਸਾਡੀ ਕੋਸ਼ਿਸ਼ ਨਾਲ ਜੇ ਬੱਚਾ ਬਚ ਜੇ ਤਾਂ ਬਹੁਤ। ਉਹ ਹੁਣ ਧਰਨਾ ਲਾ ਕੇ ਬਹਿ ਗਏ ਆ, ਹੁਣ ਇਹ- ਕਿੱਦਾਂ ਉਠਾਓਗੇ? ਦੇਖੋ ਉਹਨਾਂ ਦਾ ਮਸਲਾ ਕੋਈ ਹੋਰ ਹੈਗਾ। ਮਸਲਾ ਇਹ ਹੈਗਾ ਵਾ ਵੀ ਉਹ ਚਾਹੁੰਦੇ ਆ ਹਰ ਹਸਪਤਾਲ ਨੂੰ ਬਲੈਕਮੇਲ ਕਰਨਾ ਵੀ ਸਾਨੂੰ ਸਾਡਾ ਜੋ ਖਰਚਾ ਹੋਇਆ ਵਾ ਹਸਪਤਾਲ ਭਰੇ। ਹਸਪਤਾਲ ਇਸ ਕਰਕੇ ਥੋੜਾ ਏਦਾਂ ਦੀ ਗੱਲ ਬੈਠਾ ਨਹੀਂ ਉਹ ਕਰਦੇ ਕਿ ਸਾਡਾ ਖਰਚਾ ਭਰੇ। ਸਰ, ਸਿਰਫ ਉਹਨਾਂ ਦਾ ਕਹਿਣਾ ਕਿ ਸਾਨੂੰ ਇੱਕ ਵਾਰੀ ਡਾਕਟਰ ਸਾਹਮਣੇ ਆ ਕੇ ਸਰਟੀਫਾਈ ਕਰੇ। ਅਸੀਂ ਉਹ ਵੀ ਕਰਾਂਗੇ, ਲੇਕਿਨ ਜਦੋਂ ਅਸੀਂ ਡੇਲੀ ਸਾਈਨ ਕਰਾਉਂਦੇ ਪਏ ਆ, ਡੇਲੀ ਦੱਸਦੇ ਪਏ ਆ, ਹਰ ਗੱਲ ਦਾ ਉਹਨੂੰ ਇਸ ਲੇਡੀ ਨੂੰ ਪਤਾ ਵਾ। ਦਾਦੀ ਮੇਨ ਹੈਗੀ ਆ, ਉਹੋ ਹੀ ਰਹਿੰਦੀ ਸੀ, ਮੁੰਡਾ ਤਾਂ ਕੋਈ ਰਹਿੰਦਾ ਹੀ ਨਹੀਂ ਇੱਥੇ। ਔਰ ਦਾਦੀ ਨੂੰ ਹਰ ਚੀਜ਼ ਦਾ ਦੱਸ ਕੇ, ਹਰ ਚੀਜ਼ ਡੇਲੀ ਸਾਈਨ ਕਰਾ ਕੇ ਅਸੀਂ ਇਲਾਜ ਕਰਾਇਆ। ਉਹਨੂੰ ਜਾਂ ਤੇ ਤਾਂ ਹੋਏ ਨਾ ਵੀ ਅਸੀਂ ਦੱਸਿਆ ਹੀ ਕੱਖ ਨਹੀਂ। ਸਾਡੇ ਕੋਲ ਫਾਈਲ ਹੈਗੀ ਆ, ਅਸੀਂ ਤੁਹਾਨੂੰ ਕਾਪੀ ਦੇ ਸਕਦੇ ਆ ਵੀ ਆਪ ਕੋ ਡੇਲੀ ਸਾਈਨ ਹੋਏ ਆ ਵੀ ਇਹ ਬੱਚਾ ਸੀਰੀਅਸ ਹੈਗਾ ਜੇ, ਤੁਹਾਡਾ ਬੱਚਾ ਸੀਰੀਅਸ ਹੈਗਾ ਜੀ, ਅੱਜ ਆ ਹੋਇਆ ਜੀ, ਅੱਜ ਆ ਹੋਇਆ ਜੀ, ਅੱਜ ਆ ਹੋਇਆ ਜੀ। ਹਰ ਚੀਜ਼ ਡੇਲੀ ਸਾਈਨ ਕਰਾ ਕੇ ਹੀ ਕੀਤੀ ਗਈ। ਔਰ 17 ਤਰੀਕ ਨੂੰ ਹੀ ਇੱਥੋਂ ਤੱਕ ਕਹਿਤਾ ਵੀ ਤੁਸੀਂ ਅੰਮ੍ਰਿਤਸਰ ਲੈ ਜਾਓ, ਮੈਂ ਇਲਾਜ ਤਾਂ ਕਰਨਾ ਜੇ ਤੁਸੀਂ ਆਪਣੇ ਰਿਸਕ ਤੇ ਕਰਾਉਣਾ, ਮੈਂ ਨਹੀਂ ਜੇ ਕਰਨਾ ਹੈਗਾ। ਉਹਦੇ ਵੀ ਸਾਈਨ ਹੈਗੇ। ਹੁਣ ਜੇ ਸਾਰੇ ਸਾਈਨ ਵੀ ਉਹ ਕਹੇ ਵੀ ਮੇਰੇ ਨਹੀਂ ਹੈਗੇ ਤੇ ਮੈਨੂੰ ਪੰਜਾਬੀ ਵੀ ਨਹੀਂ ਆਉਂਦੀ, ਤੇ ਪੰਜਾਬ 'ਚ ਪੰਜਾਬੀ ਕਿਹਨੂੰ ਨਹੀਂ ਆਉਂਦੀ ਹੈਗੀ। ਠੀਕ ਜੀ, ਮੈਂ ਕਪਿਲ ਠਾਕੁਰ ਐਡਵਾਂਸ ਅਮਰੀਕਨ ਤੋਂ। ਅੱਜ ਇਹ ਵੀਡੀਓ ਉਹਨਾਂ ਸਟੂਡੈਂਟਸ ਦੇ ਲਈ ਹੈ ਜਿਨ੍ਹਾਂ ਨੇ ਕਿ ਰੀਸੈਂਟਲੀ ਹੁਣੇ ਆਪਣੇ 12th ਦੇ ਐਗਜ਼ਾਮ ਕੰਪਲੀਟ ਕੀਤੇ ਨੇ ਅਤੇ ਹੁਣ ਉਹ IELTS ਜਾਂ PTE ਕਰਨ ਦੇ ਲਈ ਇੱਕ ਵਧੀਆ ਇੰਸਟੀਚਿਊਟ ਦੀ ਭਾਲ ਦੇ ਵਿੱਚ ਹੋਣਗੇ। ਸਟੂਡੈਂਟਸ, ਮੈਂ ਤੁਹਾਨੂੰ ਦੱਸ ਦੇਵਾਂ ਕਿ ਹੁਣ ਅਸੀਂ ਮੁਕੇਰੀਆਂ ਦੇ ਨਾਲ ਦਸੂਹਾ ਦੇ ਵਿੱਚ ਵੀ ਆਪਣਾ ਇੰਸਟੀਚਿਊਟ ਓਪਨ ਕਰ ਚੁੱਕੇ ਹਾਂ, ਜਿੱਥੇ ਕਿ ਸਟੂਡੈਂਟਸ ਦੀ ਬਹੁਤ ਇੱਕ ਭਾਰੀ ਡਿਮਾਂਡ ਸੀ ਕਿ ਅਸੀਂ ਮੁਕੇਰੀਆਂ ਦੇ ਨਾਲ ਉਹਨਾਂ ਨੂੰ ਦਸੂਹਾ ਦੇ ਵਿੱਚ ਵੀ IELTS ਔਰ PT ਦੀ ਕੋਚਿੰਗ ਦੇ ਸਕੀਏ। ਸੋ ਸਟੂਡੈਂਟਸ, ਜੇਕਰ ਤੁਸੀਂ ਵੀ ਫਸਟ ਅਟੈਂਪਟ ਦੇ ਵਿੱਚ ਆਪਣਾ IELTS ਜਾਂ PT ਦਾ ਐਗਜ਼ਾਮ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਸਾਡੇ ਮੁਕੇਰੀਆਂ ਆਫਿਸ ਜਾਂ ਫਿਰ ਦਸੂਹਾ ਆਫਿਸ ਦੇ ਵਿੱਚ ਆ ਕੇ ਵਿਜ਼ਿਟ ਕਰ ਸਕਦੇ ਹੋ ਅਤੇ ਡਿਜ਼ਾਇਰਬਲ ਸਕੋਰ ਤੁਸੀਂ ਲੈ ਸਕਦੇ ਹੋ। ਦੈਟਸ ਮਾਈ ਚੈਲੰਜ ਕਿ ਤੁਸੀਂ ਫਸਟ ਅਟੈਂਪਟ ਦੇ ਵਿੱਚ ਹੀ ਆਪਣਾ PT ਦਾ ਔਰ IELTS ਦਾ ਐਗਜ਼ਾਮ ਕਲੀਅਰ ਕਰ ਸਕਦੇ ਹੋ। ਵਧੇਰੇ ਜਾਣਕਾਰੀ ਦੇ ਲਈ ਸਾਡੇ ਹੇਠ ਦਿੱਤੇ ਨੰਬਰਾਂ ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਅਤੇ ਆਪਣੀ ਅਪਾਇੰਟਮੈਂਟ ਵੀ ਬੁੱਕ ਕਰਵਾ ਸਕਦੇ ਹੋ। ਥੈਂਕ ਯੂ।